जी आया नूं प्यारे विद्यार्थियों 10th क्लास दी साइंस दी बुक दा चैप्टर नंबर 6 लाइफ प्रोसेसेस. In this video we are going to talk about excretion, and this video is the 6th and the last part of that chapter. So please be ready with your notebook and pens. ਤੇ ਵੀਡੀਓ ਪੌਜ਼ ਕਰਕੇ ਜਿਹੜੇ ਸਲਾਈਡ ਸੇ ਤੁਹਾਡੇ ਲਈ ਨੋਟਸ ਬਣਾਏ ਗਏ ਨੇ ਬੜੀ ਮਿਹਨਤ ਦੇ ਨਾਲ ਤੁਸੀਂ ਉਹਨਾਂ ਨੂੰ ਕਾਪੀ ਡਾਊਨ ਕਰ ਲੈਣਾ ਹੈ ਤੇ ਰਿਵਾਈਜ਼ ਕਰਦੇ ਰਹਿਣਾ ਹੈ ਆਪਣਾ ਆਰਾਮ ਦੇ ਨਾਲ. ਤੇ ਹੁਣ ਸੁਣ ਕੇ ਉਸ ਚੀਜ਼ ਨੂੰ ਤੁਸੀਂ ਪਹਿਲੇ ਪੂਰਾ ਸਮਝ ਲਵੋ ਤੇ ਫਿਰ ਇੱਕ ਵਾਰ ਆਪਣੀ ਕਿਤਾਬ ਵਿੱਚੋਂ ਵੀ ਤੁਸੀਂ ਉਹਦੀ ਰੀਡਿੰਗ ਕਰ ਲੈਣੀ. ਸੋ ਆਓ ਸ਼ੁਰੂ ਕਰੀਏ. Excretion. As cells perform their functions, certain waste products are released. ਜਿਵੇਂ ਜਿਵੇਂ ਸੈੱਲ ਵਿੱਚ ਸੈਲੂਲਰ ਰੈਸਪੀਰੇਸ਼ਨ, ਨਿਊਟ੍ਰੀਸ਼ਨ ਐਬਜ਼ੌਰਪਸ਼ਨ, ਹਨਾ, ਐਨਰਜੀ ਜਨਰੇਸ਼ਨ, ਇਹ ਸਾਰਾ ਕੰਮ ਹੁੰਦਾ ਹੈ. ਉਹਦੇ ਨਾਲ ਕੁਝ ਵੇਸਟ ਪ੍ਰੋਡਕਟ ਪ੍ਰੋਡਿਊਸ ਕੀਤੇ ਜਾਂਦੇ ਨੇ, ਠੀਕ ਹੈ. ਐਂਡ ਥੀਸ ਆਰ ਟੌਕਸਿਕ ਐਂਡ ਹੈਂਸ ਨੀਡ ਟੂ ਬੀ ਰਿਮੂਵਡ ਫਰੋਮ ਦਾ ਬੋਡੀ. ਟੌਕਸਿਕ ਮੈਨੇ ਜ਼ਹਿਰੀਲੇ ਹੁੰਦੇ ਨੇ ਤੇ ਇਸ ਕਰਕੇ ਇਹਨਾਂ ਨੂੰ ਬੋਡੀ ਚੋਂ ਕੱਢਣਾ ਜ਼ਰੂਰੀ ਹੁੰਦਾ ਹੈ. ਦੀ ਬਾਇਓਲੋਜੀਕਲ ਪ੍ਰੋਸੈਸ involved in the removal of these harmful metabolic wastes from the body is called excretion. ਉਹ ਜਿਹੜਾ ਪ੍ਰਕਿਰਿਆ ਹੈ, ਬਾਇਓਲੋਜੀਕਲ ਪ੍ਰੋਸੈਸ ਹੈ, ਜਿਹਦੇ ਰਾਹੀਂ ਇਹ ਜਿਹੜੇ ਮੈਟਾਬੋਲਿਕ ਵੇਸਟ, ਟੌਕਸਿਕ ਵੇਸਟ, ਪੋਲਿਊਟਿੰਗ ਵੇਸਟ ਜਿਹੜੀ ਹੈ, ਪੋਇਜ਼ਨਸ ਵੇਸਟ ਹੈਗੀ ਜਿਹੜੀ ਬੋਡੀ ਚੋਂ ਬਾਹਰ ਸਿੱਟੀ ਜਾਂਦੀ ਹੈ, ਉਹਨੂੰ ਕਿਹਾ ਜਾਂਦਾ ਹੈ ਐਕਸਕ੍ਰੀਸ਼ਨ. ਡਿਫਰੈਂਟ ਆਰਗੇਨਿਜ਼ਮਸ ਯੂਜ਼ ਵੇਰੀਡ ਸਟ੍ਰੈਟਜੀਜ਼ ਟੂ ਡੂ ਦਿਸ. ਅਲੱਗ-ਅਲੱਗ ਜੀਵ ਜੰਤੂ ਜਿਹੜੇ ਨੇ ਉਹ ਐਕਸਕ੍ਰੀਸ਼ਨ ਵਾਸਤੇ ਅਲੱਗ-ਅਲੱਗ ਜੁਗਤੀਆਂ, ਅਲੱਗ-ਅਲੱਗ ਢੰਗ ਤਰੀਕੇ ਅਪਣਾਉਂਦੇ ਨੇ. ਦੀ ਪਾਰਟਸ ਇਨਵੋਲਵਡ ਇਨ ਦੀ ਐਕਸਕ੍ਰੀਸ਼ਨ ਫਾਰਮ ਦੀ ਐਕਸਕ੍ਰੀਟਰੀ ਸਿਸਟਮ. ਤੇ ਇਹ ਜਿਹੜੇ ਐਕਸਕ੍ਰੀਸ਼ਨ ਦਾ ਪ੍ਰੋਸੈਸ ਹੈ, ਇਹਦੇ ਵਿੱਚ ਜਿਹੜੇ ਜਿਹੜੇ ਪਾਰਟ ਇਨਵੋਲਵਡ ਹੁੰਦੇ ਨੇ ਸਰੀਰ ਦੇ, ਉਹ ਸਾਰਿਆਂ ਨੂੰ ਸਾਂਝੇ ਤੌਰ ਤੇ ਕਿਹਾ ਜਾਂਦਾ ਹੈ ਐਕਸਕ੍ਰੀਟਰੀ ਸਿਸਟਮ. ਆਓ ਅੱਗੇ ਚਲੀਏ. Many unicellular organisms remove these wastes by simple diffusion from the body surface into the surrounding water. ਅਸੀਂ ਬੱਚੇ ਪੜ੍ਹ ਚੁੱਕੇ ਹਾਂ ਜਿਹਦਾ ਅਮੀਬਾ ਹੁੰਦਾ ਹੈ ਯੂਨੀਸੈਲੂਲਰ, ਉਹ ਇੱਕੋ ਸੈੱਲ ਲਈ ਸਾਰੇ ਫੰਕਸ਼ਨ ਕਰਦਾ ਹੈ, ਚਾਹੇ ਰੈਸਪੀਰੇਸ਼ਨ ਹੈ, ਚਾਹੇ ਇੰਜੈਸ਼ਨ ਹੈ, ਚਾਹੇ ਡਾਈਜੈਸ਼ਨ ਹੈ, ਚਾਹੇ ਐਕਸਕ੍ਰੀਸ਼ਨ ਹੈ. ਸੋ ਯੂਨੀਸੈਲੂਲਰ ਆਰਗੇਨਿਜ਼ਮਸ ਦੇ ਕੈਨ ਐਕਸਕ੍ਰੀਟ देयर वेस्ट्स ਬਾय ਸਿੰਪਲ ਡਿਫਿਊਜ਼ਨ ਪ੍ਰੋਸੈਸ, ਠੀਕ ਹੈ, ਥਰੂ देयर ਬੋਡੀ ਸਰਫੇਸ ਇਨਟੂ ਦੀ ਸਰਾਊਂਡਿੰਗ. ਕੰਪਲੈਕਸ ਮਲਟੀਸੈਲੂਲਰ ਆਰਗੇਨਿਜ਼ਮ ਜਿਹੜੇ ਥੋੜ੍ਹੇ ਗੁੰਝਲਦਾਰ ਹੁੰਦੇ ਨੇ, ਮਲਟੀ ਸੈਲੂਲਰ, ਜਿਹਦੇ 'ਚ ਬੜੇ ਸਾਰੇ ਸੈੱਲਾਂ ਦੇ ਬਣੇ ਹੋਏ ਨੇ ਆਰਗੇਨਿਜ਼ਮਸ. ਔਨ ਦੀ ਅਦਰ ਹੈਂਡ ਦੂਜੇ ਬੰਨੇ ਦੇ ਯੂਜ਼ ਸਪੈਸ਼ਲਾਈਜ਼ਡ ਆਰਗਨਸ. ਉਹਨਾਂ ਵਾਸਤੇ ਸਪੈਸ਼ਲ ਖਾਸ ਕਿਸਮ ਦੇ ਅੰਗ ਹੁੰਦੇ ਨੇ ਟੂ ਪਰਫਾਰਮ ਦੀ ਸੇਮ ਫੰਕਸ਼ਨ. ਉਹ ਫੰਕਸ਼ਨ ਨੂੰ ਕਰਨ ਲਈ ਉਹਨਾਂ ਦੇ ਸਰੀਰ ਵਿੱਚ ਖਾਸ ਕਿਸਮ ਦੇ ਅੰਗ ਬਣੇ ਹੁੰਦੇ ਹਨ. ਅੱਗੇ ਚਲੀਏ. ਐਕਸਕ੍ਰੀਸ਼ਨ ਇਨ ਹਿਊਮਨ ਬੀਇੰਗਸ. ਇਨਸਾਨਾਂ ਦੇ ਵਿੱਚ ਐਕਸਕ੍ਰੀਸ਼ਨ ਦੀ ਪ੍ਰਕਿਰਿਆ ਕਿਵੇਂ ਹੁੰਦੀ ਹੈ? The excretory system of human beings includes a pair of kidneys, ਗੁਰਦਿਆਂ ਦਾ ਇੱਕ ਜੋੜਾ ਹੁੰਦਾ ਹੈ, a pair of ureters, ਦੋ ਪਾਈਪ ਹੁੰਦੇ ਨੇ, ਇੱਕ ਕਿਡਨੀ 'ਚ ਇੱਕ ਪਾਈਪ ਆ ਰਿਹਾ ਹੁੰਦਾ ਹੈ, a urinary bladder ਜੋ ਪਿਸ਼ਾਬ ਦੀ ਥੈਲੀ ਹੁੰਦੀ ਹੈ, ਇਹ ਯੂਰੇਟਰ ਜਿਹੜਾ ਹੈ ਕਿਡਨੀ ਤੋਂ ਯੂਰਿਨਰੀ ਬਲੈਡਰ ਪਿਸ਼ਾਬ ਦੀ ਥੈਲੀ ਤੱਕ ਜੁੜਿਆ ਹੁੰਦਾ, ਠੀਕ ਹੈ ਜੀ, ਐਂਡ a urethra, ਤੇ ਉਹ ਜਿਹੜਾ ਇੱਕ ਪਾਈਪ ਛੋਟਾ ਜਿਹਾ ਪਿਸ਼ਾਬ ਦੀ ਥੈਲੀ ਤੋਂ ਅੱਗੇ ਹੁੰਦਾ ਹੈ ਜਿਹਦੇ ਰਾਹੀਂ ਪਿਸ਼ਾਬ ਅਸੀਂ ਬਾਹਰ ਨਿਕਾਸ ਕਰਦੇ ਹਾਂ. ਕਿਡਨੀਜ਼ ਆਰ ਲੋਕੇਟਡ ਇਨ ਦੀ ਐਬਡੋਮਨ. ਢਿੱਡ ਦੇ ਥੱਲੇ ਵਾਲਾ ਹਿੱਸਾ, ਜਿਹੜਾ ਪੇਟ ਦਾ ਥੱਲੜਾ ਹਿੱਸਾ ਹੈ, ਉਹਦੇ ਵਿੱਚ ਕਿਡਨੀਆਂ ਹੁੰਦੀਆਂ ਸਾਡੀ ਬੱਖੀ ਦੇ ਕੋਲ ਪਿੱਛੇ, ਠੀਕ ਹੈ. ਵਨ ਔਨ ਈਦਰ ਸਾਈਡ ਆਫ ਦੀ ਬੈਕਬੋਨ. ਜਿਹੜੀ ਸਾਡੀ ਰੀੜ੍ਹ ਦੀ ਹੱਡੀ ਹੈ ਉਹ ਸੈਂਟਰ 'ਚ ਹੁੰਦੀ ਹੈ, ਉਹਦੇ ਖੱਬੇ ਪਾਸੇ ਲੈਫਟ ਸਾਈਡ 'ਤੇ ਕਿਡਨੀ ਹੁੰਦੀ ਹੈ, ਤੇ ਸੱਜੇ ਪਾਸੇ ਰਾਈਟ ਸਾਈਡ 'ਤੇ ਕਿਡਨੀ ਹੁੰਦੀ ਹੈ. ਯੂਰਿਨ ਪ੍ਰੋਡਿਊਸਡ ਇਨ ਦਾ ਕਿਡਨੀਜ਼ ਪਾਸਿਸ ਥਰੂ ਦਾ ਯੂਰੇਟਰਸ. ਜਿਹੜਾ ਪਿਸ਼ਾਬ ਹੈ ਉਹ ਕਿੱਥੇ ਬਣਦਾ? ਉਹ ਕਿਡਨੀਆਂ ਦੇ ਵਿੱਚ ਬਣਦਾ ਹੈ, ਤੇ ਉੱਥੇ ਬਣ ਕੇ ਵੀ ਕਿੱਥੇ ਜਾਂਦਾ? ਉਹ ਪਾਈਪ ਜਿਹੜੇ ਯੂਰੇਟਰ ਹੈਗੇ ਨੇ ਉਹਦੇ ਰਾਹੀਂ ਕਿੱਥੇ ਜਾਂਦਾ? ਇਨਟੂ ਦੀ ਯੂਰਿਨਰੀ ਬਲੈਡਰ, ਪਿਸ਼ਾਬ ਦੀ ਥੈਲੀ ਵੀ ਜਾਂਦਾ ਹੈ. ਵੇਅਰ ਇਟ ਇਜ਼ ਸਟੋਰਡ, ਉੱਥੇ ਸਟੋਰ ਰਹਿੰਦਾ ਅੰਟਿਲ ਇਟ ਇਜ਼ ਰਿਲੀਜ਼ ਥਰੂ ਦਾ ਯੂਰੇਥਰਾ. ਫਿਰ ਉਹ ਪਿਸ਼ਾਬ ਦੀ ਨਲੀ ਰਾਹੀਂ ਉਹਨੂੰ ਬਾਹਰ ਨਿਕਾਸ ਕੀਤਾ ਜਾਂਦਾ ਹੈ, ਠੀਕ ਹੈ. ਆਓ ਅੱਗੇ ਚਲੀਏ. ਇਹ ਦੇਖੋ ਬੱਚਿਓ, ਡਾਇਗਰਾਮ ਹੈਗਾ, ਇਹ ਦੋ ਗੁਰਦੇ ਬਣੇ ਹੋਏ ਨੇ. ਦੇਖੋ ਤੁਸੀਂ, ਦੇਖੋ ਬੱਚਿਓ, ਇਹਨਾਂ ਦੀ ਸ਼ਕਲ ਕਿਹਦੇ ਵਰਗੀ ਹੈਗੀ ਹੈ? ਇਹਦੀ ਸ਼ਕਲ ਹੈਗੀ ਰਾਜਮਾ ਵਰਗੀ. ਇਸੀ ਕਰਕੇ ਅੰਗਰੇਜ਼ੀ ਵਿੱਚ ਰਾਜਮਾ ਨੂੰ ਕਿਡਨੀ ਬੀਨਸ ਕਿਹਾ ਜਾਂਦਾ ਹੈ. ਕੀ ਕਿਹਾ ਜਾਂਦਾ ਹੈ? ਕਿਡਨੀ ਬੀਨਸ. ਕਿਉਂ? ਕਿਉਂਕਿ ਕਿਡਨੀ ਬੀਨ ਦੀ ਜਿਹੜੀ ਸ਼ਕਲ ਹੈ, ਰਾਜਮਾ ਦੀ ਸ਼ਕਲ ਹੈ, ਉਹ ਗੁਰਦਿਆਂ ਵਰਗੀ ਹੁੰਦੀ ਹੈ, ਇਸ ਕਰਕੇ ਇਹ ਨਾਂ ਹੈਗਾ. ਇੱਕ ਆਮ ਤੌਰ 'ਤੇ ਔਸਤਨ ਜਿਹੜਾ ਐਡਲਟ ਬੰਦਾ ਹੈ, ਉਹਦੀ ਜੋ ਕਿਡਨੀ ਦੀ ਲੰਬਾਈ ਹੈ ਉਹ 10 ਤੋਂ 12 ਸੈਂਟੀਮੀਟਰ ਹੁੰਦੀ ਹੈ, ਠੀਕ ਹੈ, ਅਤੇ ਚੌੜਾਈ ਜਿਹੜੀ ਹੈਗੀ ਉਹ 5 ਤੋਂ 7 ਸੈਂਟੀਮੀਟਰ ਹੁੰਦੀ ਹੈ. ਜੋ ਛੋਟਾ ਜਿਹਾ ਅੰਗ ਹੈ ਬੱਚਿਓ, ਕਿੰਨਾ ਵਧੀਆ ਕੰਮ ਕਰਦਾ ਹੈ. ਅਤੇ ਇਹਦੀ
मोटाई जिहड़ी है वो 2 ਤੋਂ 3 सेंटीमीटर ਹੁੰਦੀ है, बस इन्ना ही ਹੁੰਦਾ। ਹੁਣ देखो बच्चों ਇਹ 2 ਕਿਡਨੀਆਂ ਹੈਗੀਆਂ, ਇਹ ਹੈਗਾ ਯੂਰੇਟਰ, ਇਹ ਪਿਸ਼ਾਬ ਇਹਦੇ ਅੰਦਰ ਬਣਦਾ ਹੈ, ਇਹ ਪਿਸ਼ਾਬ ਹੈ ਯੂਰੇਟਰ ਵਿੱਚੋਂ, ਇਹ ਪਿਸ਼ਾਬ ਦੀ ਥੈਲੀ 'ਚ ਆ ਗਿਆ ਜਿਵੇਂ ਯੂਰੀਨਰੀ ਬਲੈਡਰ। ਇਹ ਵਾਲੀ ਦੂਜੀ ਕਿਡਨੀ ਹੈ, ਇਹ 'ਚ ਵੀ ਪਿਸ਼ਾਬ ਬਣਿਆ ਯੂਰੇਟਰ ਰਾਹੀਂ, ਇਹ ਪਿਸ਼ਾਬ ਦੀ ਥੈਲੀ ਵਿੱਚ ਆ ਗਿਆ। ਜਦੋਂ ਪਿਸ਼ਾਬ ਭਰ ਗਿਆ, ਇਹਦਾ ਪ੍ਰੈਸ਼ਰ ਵਧਿਆ, ਬ੍ਰੇਨ ਨੂੰ ਸਿਗਨਲ ਗਿਆ, ਅਸੀਂ ਵਾਸ਼ਰੂਮ ਗਏ, ਅਸੀਂ ਪਿਸ਼ਾਬ ਇੱਥੋਂ ਦੀ ਬਾਹਰ ਆ ਗਿਆ ਅਤੇ ਪ੍ਰੈਸ਼ਰ ਰਿਲੀਜ਼ ਹੋ ਗਿਆ ਅਤੇ ਬ੍ਰੇਨ ਨੇ ਵੀ ਸਿਗਨਲ ਲੈ ਲਿਆ ਕਿ ਹੁਣ ਪ੍ਰੈਸ਼ਰ ਦੀ ਇੱਥੇ ਘਟ ਗਿਆ ਅਤੇ ਹੁਣ ਠੀਕ ਹੈ, ਹੁਣ ਪਿਸ਼ਾਬ ਦੀ ਅਰਜ਼ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਇਹ ਦੇਖੋ ਬੱਚੋ ਲਾਲ ਰੰਗ ਜਿਹੜਾ ਪਾਈਪ ਹੈ ਕੀ ਹੈਗਾ, ਆਰਟਰੀ ਹੈਗੀ ਹੈ। ਜਿੱਦਾਂ ਤੁਸੀਂ ਪੜ੍ਹਿਆ ਸੀਗਾ, ਤੁਹਾਨੂੰ ਦੱਸਿਆ ਸੀਗਾ ਉਹਦੇ ਵਿੱਚ ਸਰਕੂਲੇਟਰੀ ਸਿਸਟਮ ਜਾਂ ਜਿਹੜਾ ਸਾਡਾ ਸੀਗਾ ਉਹ ਆਪਣਾ ਹਾਰਟ ਦਾ ਸਿਸਟਮ, ਬਲੱਡ ਸਰਕੂਲੇਸ਼ਨ ਦਾ ਸਿਸਟਮ ਪੜ੍ਹਿਆ ਸੀ, ਟਰਾਂਸਪੋਰਟ ਸਿਸਟਮ ਜਿਹੜਾ ਪੜ੍ਹਿਆ ਸੀ ਆਪਾਂ, ਟਰਾਂਸਪੋਰਟੇਸ਼ਨ। ਹੁਣ ਜਿਹੜਾ ਇਹ ਲਾਲ ਜਿਹੜਾ ਹੈਗਾ ਪਾਈਪ ਹੈਗੀ, ਆਰਟਰੀ ਹੈਗੀ ਹੈ, ਇਟ ਇਜ਼ ਕੈਰਿੰਗ ਦੀ ਆਕਸੀਜਨੇਟਿਡ ਬਲੱਡ, ਜਿਹੜਾ ਖੂਨ ਤੋਂ ਆ ਰਿਹਾ, ਆਕਸੀਜਨ ਦੇ ਨਾਲ ਭਰਿਆ ਹੋਇਆ ਪਿਓਰ ਬਲੱਡ। ਇਹ ਇੱਧਰੋਂ ਦੀ ਇਸ ਕਿਡਨੀ 'ਚ ਵੀ ਜਾ ਰਿਹਾ ਅਤੇ ਇੱਧਰੋਂ ਦੀ ਇੱਥੇ ਦਿਖਾਇਆ ਨਹੀਂ ਹੋਇਆ, ਇਸ ਕਿਡਨੀ 'ਚ ਵੀ ਜਾ ਰਿਹਾ। ਹੁਣ ਜਿੱਲੇ ਬਲੱਡ ਹੈ, ਪਿਓਰ ਬਲੱਡ ਕਿਡਨੀ ਵਿੱਚ ਗਿਆ, ਅੰਦਰ ਰੈਸਪੀਰੇਸ਼ਨ ਵੀ ਹੋਇਆ, ਐਬਜ਼ੋਰਪਸ਼ਨ ਵੀ ਹੋਇਆ, ਅਤੇ ਇਹ ਨਿੱਕੀ ਜਿਹੀ ਕਿਡਨੀ ਵਿੱਚ ਬਲੱਡ ਫਿਲਟਰ ਵੀ ਹੋ ਰਿਹਾ, ਰੀਐਬਜ਼ੋਰਪਸ਼ਨ ਵੀ ਹੋ ਰਿਹਾ, ਸਿਕਰੀਸ਼ਨ ਵੀ ਹੋ ਰਿਹਾ, ਅਤੇ ਉਹ ਜਿਹੜਾ ਫਿਲਟਰ ਹੋ ਕੇ ਜਿਹੜੀ ਵੇਸਟ ਹੈਗੀ ਹੈ ਉਹ ਪਿਸ਼ਾਬ ਬਣ ਕੇ ਤੇ ਇਸ ਨਲੀ 'ਚ ਆ ਜਾਂਦੀ ਹੈ, ਅਤੇ ਜਿਹੜਾ ਗੰਦਾ ਖੂਨ ਹੈਗਾ ਉਹ ਨੀਲੀ ਵੇਨ ਵਿੱਚ ਚਲਾ ਗਿਆ। ਇਹ ਦੇਖੋ ਵੇਨ, ਇਹ ਨੀਲੇ ਰੰਗ ਦੀ ਜਿਹੜੀ ਹੈ ਗੰਦਾ ਖੂਨ ਮਣੀ ਸਾਫ਼ ਖੂਨ ਆਇਆ, ਸਾਫ਼ ਖੂਨ ਆਇਆ, ਸਾਫ਼ ਖੂਨ ਇਹਦੇ ਅੰਦਰ ਗਿਆ, ਦੋਨੋਂ ਕਿਡਨੀਆਂ ਦੇ ਅੰਦਰ, ਅੰਦਰ ਜਾ ਕੇ ਖੂਨ ਫਿਲਟਰ ਹੋਇਆ, ਰੀਐਬਜ਼ੋਰਬ ਹੋਇਆ, ਸਕਰੀਟ ਹੋਇਆ, ਇਹ ਆਪਣਾ ਨਿਊਟ੍ਰੀਸ਼ਨ ਲਿਆ, ਸੈਲੂਲਰ ਰੈਸਪੀਰੇਸ਼ਨ ਵੀ ਹੋਇਆ, ਅਤੇ ਕੀ ਹੋਇਆ ਬੱਚਿਓ, ਗੰਦਾ ਖੂਨ ਤੇ ਇਹਦੇ ਵਿੱਚ ਚਲਾ ਗਿਆ ਅਤੇ ਪਿਸ਼ਾਬ ਬਣ ਕੇ ਇੱਥੋਂ ਦੀ ਇੱਦਾਂ ਆ ਗਿਆ। ਸੋ ਇਹ ਹੈਗਾ ਬੱਚਿਓ ਬੜਾ ਹੀ ਸਿੰਪਲ ਅਤੇ ਸਟ੍ਰੇਟ ਫਾਰਵਰਡ ਹਿਊਮਨ ਐਕਸਕ੍ਰੀਟਰੀ ਸਿਸਟਮ। ਠੀਕ ਹੈ ਜੀ, ਆਓ ਅੱਗੇ ਚਲੀਏ। ਬਲੱਡ ਕੰਟੇਨਸ ਬੋਥ ਯੂਜ਼ਫੁਲ ਐਂਡ ਹਾਰਮਫੁਲ ਸਬਸਟੈਂਸਿਸ। ਖੂਨ ਦੇ ਵਿੱਚ ਵਧੀਆ ਫਾਇਦੇਮੰਦ ਪਦਾਰਥ ਵੀ ਹੁੰਦੇ ਨੇ ਅਤੇ ਹਾਰਮਫੁਲ ਨੁਕਸਾਨਦਾਇਕ ਪਦਾਰਥ ਵੀ ਹੁੰਦੇ ਨੇ। ਦੀ ਯੂਜ਼ਫੁਲ ਸਬਸਟੈਂਸਿਸ ਆਰ ਐਬਜ਼ੋਰਬਡ ਬੈਕ, ਅਤੇ ਜਿਹੜੇ ਫਿਲਟਰ ਕਰਦੇ ਹਾਂ, ਫਿਲਟਰ ਦੇ ਨਾਲ ਹੀ ਕੀ ਹੁੰਦਾ ਹੈ, ਯੂਜ਼ਫੁਲ ਸਬਸਟੈਂਸਿਸ ਵੀ ਆ ਜਾਂਦੇ ਨੇ, ਅਤੇ ਫਿਰ ਕਿਡਨੀ ਵਿੱਚ ਉਹਨਾਂ ਨੂੰ ਦੁਬਾਰਾ ਵਾਪਸ ਲੈ ਲਿਆ ਜਾਂਦਾ ਹੈ ਬਲੱਡ ਦੇ ਵਿੱਚ। ਦੇ ਆਰ ਐਬਜ਼ੋਰਬਡ ਬੈਕ ਇਨਟੂ ਦੀ ਬਲੱਡ। ਠੀਕ ਹੈ। ਦੀ ਵੇਸਟ ਡਿਜ਼ੋਲਵਡ ਇਨ ਵਾਟਰ ਆਰ ਰਿਮੂਵਡ ਐਜ਼ ਯੂਰਿਨ, ਅਤੇ ਜਿਹੜੀਆਂ ਵੇਸਟ ਹੈਗੀਆਂ ਪਾਣੀ 'ਚ ਘੁਲੀਆਂ ਹੋਈਆਂ ਉਹ ਯੂਰਿਨ ਬਣ ਕੇ ਬਾਹਰ ਆ ਜਾਂਦੀਆਂ। ਲਾਈਕ ਕਾਰਬਨ ਡਾਈਆਕਸਾਈਡ ਇਜ਼ ਰਿਮੂਵਡ ਫਰੋਮ ਦਾ ਬਲੱਡ ਇਨ ਦਾ ਲੰਗਸ, ਨਾਈਟ੍ਰੋਜਨਸ ਵੇਸਟ ਸਚ ਐਜ਼ ਯੂਰੀਆ ਔਰ ਯੂਰਿਕ ਐਸਿਡ ਆਰ ਰਿਮੂਵਡ ਫਰੋਮ ਬਲੱਡ ਇਨ ਦਾ ਕਿਡਨੀ। ਬੜਾ ਸੌਖਾ ਦੇਖੋ ਬੱਚਿਓ, ਕਿੰਨਾ ਵਧੀਆ ਤਰੀਕਾ ਸਮਝਣ ਦਾ। ਜਿਵੇਂ ਅਸੀਂ ਰੈਸਪੀਰੇਟਰੀ ਸਿਸਟਮ ਪੜ੍ਹਿਆ ਆਪਣਾ, ਰੈਸਪੀਰੇਸ਼ਨ ਦੀ toxic gas carbon dioxide which is dissolved in blood, it is removed from the blood how, through the lungs। इसी तरह ਜਿਹੜੇ nitrogenous waste ਹੈਗੀ ਹੈ which is urea or uric acid in the blood, that is removed through kidneys। so carbon dioxide is removed through lungs and uric acid is removed through kidneys। ठीक है। like in the lungs, the basic filtration unit in the kidneys is a cluster of very thin walled blood capillaries। ਜਿਹੜੀ ਫਿਲਟਰੇਸ਼ਨ ਯੂਨਿਟ ਹੈ ਲੰਗਸ ਵਿੱਚ ਵੀ, ਇਟਸ ਅ ਕਲਸਟਰ ਆਫ ਥਿਨ ਵਾਲਡ ਕੈਪੀਲਰੀਜ਼, ਅਤੇ ਕਿਡਨੀ ਵਿੱਚ ਵੀ ਇਸ ਤਰ੍ਹਾਂ ਹੀ ਹੈ ਕਿ ਜਿਹੜੀਆਂ ਫਿਲਟਰੇਸ਼ਨ ਯੂਨਿਟਸ ਹੈ, ਜੋ ਫੰਕਸ਼ਨਲ ਯੂਨਿਟ ਹੈ, that is a cluster of thin walled blood capillaries and this filtration unit is called a nephron। ਠੀਕ ਹੈ ਬੱਚਿਓ। ਸੋ ਜਿਹੜੇ ਨੈਫਰੋਨ ਦੇ ਸਪੈਸ਼ਲਿਸਟ ਹੁੰਦੇ ਨੇ, ਕਿਡਨੀ ਦੇ ਵੀ ਸਪੈਸ਼ਲਿਸਟ ਹੁੰਦੇ ਨੇ, ਉਹਨਾਂ ਨੂੰ ਕਿਹਾ ਜਾਂਦਾ, ਡਾਕਟਰਾਂ ਨੂੰ ਕਿਹਾ ਜਾਂਦਾ ਨੈਫਰੋਲੋਜਿਸਟ। ਜਿਵੇਂ ਜੋ ਚਮੜੀ ਦਾ ਸਪੈਸ਼ਲਿਸਟ ਹੁੰਦਾ ਉਹਨੂੰ ਕਿਹਾ ਜਾਂਦਾ ਡਰਮੈਟੋਲੋਜਿਸਟ। ਜਿਹੜਾ ਅੱਖਾਂ ਦਾ ਸਪੈਸ਼ਲਿਸਟ ਹੁੰਦਾ ਉਹਨੂੰ ਕਿਹਾ ਜਾਂਦਾ ਓਫਥੈਲਮੋਲੋਜਿਸਟ। ਠੀਕ ਹੈ। ਜਿਹੜਾ ਆਪਣਾ ਕਹਿ ਲਓ ਕਿ ਹਾਰਟ ਦਾ ਸਪੈਸ਼ਲਿਸਟ ਹੁੰਦਾ ਉਹਨੂੰ ਕਿਹਾ ਜਾਂਦਾ ਕਾਰਡੀਓਲੋਜਿਸਟ। ਇसी तरह जो किडनी का स्पैशलिस्ट होता है उन्होंने क्या जाता है नेफ्रोलॉजिस्ट। ठीक है, आओ आगे चलिए। ईच किडनी हैज़ नियरली 1 मिलियन नेफ्रॉन्स। देखो बच्चों, किडनी छोटी किडनी है, 10 ਤੋਂ 12 सेंटीमीटर लंबी, 5 ਤੋਂ 7 मीटर चौड़ी, 2 ਤੋਂ 3 सेंटीमीटर मोटी। ਉਹਦੇ ਵਿੱਚ 10 ਲੱਖ ਤੋਂ ਉੱਪਰ ਨੈਫਰੋਨਸ ਹੁੰਦੇ ਨੇ, ਫਿਲਟਰੇਸ਼ਨ ਯੂਨਿਟਸ ਪੈਕਡ ਕਲੋਜ਼ ਟੂਗੈਦਰ, ਐਂਡ ਈਚ ਨੈਫਰੋਨ ਇਨ ਦ ਕਿਡਨੀ ਇਜ਼ ਕਨੈਕਟਡ ਟੂ ਦੀ ਕੱਪ ਸ਼ੇਪਡ ਐਂਡ ਆਫ ਅ ਕੁਆਇਲਡ ਟਿਊਬ called Bowman's capsule। ਇੱਕ ਟਿਊਬ ਹੁੰਦੀ ਹੈ, ਹਰ ਨੈਫਰੋਨ ਜਿਹੜਾ ਹੈ ਇੱਕ ਟਿਊਬ ਦੇ ਨਾਲ ਜੁੜਿਆ ਹੋਇਆ ਹੈ, ਅਤੇ ਟਿਊਬ ਦਾ ਐਂਡ ਜਿਹੜਾ ਹੈ ਬੱਚਿਓ ਉਹ ਕੱਪ ਦੀ ਸ਼ੇਪ ਵਿੱਚ ਹੈ। ਉਹਨੇ ਡਾਇਗਰਾਮ ਦਿਖਾਵਾਂਗੇ ਤੁਹਾਨੂੰ, ਤੁਹਾਡੀ ਕਿਤਾਬ 'ਚੋਂ ਲਿਆ। ਉਸ ਕੱਪ ਨੂੰ ਕਿਹਾ ਜਾਂਦਾ ਹੈ Bowman's capsule that collects the filtrate। ਜਿਹੜੇ ਬਲੱਡ ਫਿਲਟਰ ਹੋ ਕੇ ਆਉਂਦਾ ਹੈ ਅਤੇ ਇਹਦੇ ਵਿੱਚ ਇਕੱਠਾ ਹੁੰਦਾ ਹੈ। ਠੀਕ ਹੈ।
Some substances in the initial filtrate like glucose, amino acids, salts and major amount of water are selectively reabsorbed as the urine flows along the tube. ਇਹ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜਿਹੜੇ ਫਿਲਟਰੇਟ ਵਿੱਚ ਕੋਈ ਅੱਛੇ ਯੂਜ਼ਫੁਲ ਸਬਸਟੈਂਸਸ ਵੀ ਫਿਲਟਰ ਹੋ ਜਾਂਦੇ ਨੇ, ਗਲੂਕੋਜ਼ ਹੋ ਗਿਆ, ਐਮੀਨੋ ਐਸਿਡਸ ਹੋ ਗਏ, ਸਾਲਟਸ ਹੋ ਗਏ, ਵਾਟਰ ਹੋ ਗਿਆ, ਤੇ ਉਹ ਜਿਹੜਾ ਫਿਲਟਰੇਟ ਹੈ ਉਹਦੇ ਵਿੱਚੋਂ ਯੂਜ਼ਫੁਲ ਸਬਸਟੈਂਸਸ ਆਰ ਐਬਜ਼ੌਰਬਡ ਬੈਕ, ਉਹਨਾਂ ਨੂੰ ਖੂਨ ਚੋਂ ਉਹਨਾਂ ਨੂੰ ਜਿਹੜਾ ਫਿਲਟਰੇਟ ਹੈਗਾ ਉਹ ਚ ਐਬਜ਼ੌਰਬ ਕਰਕੇ ਵਾਪਸ ਖੂਨ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਠੀਕ ਹੈ, ਅੱਗੇ ਚਲੀਏ। ਇਹ ਦੇਖੋ ਬੱਚਿਓ, ਇਹ ਹੈਗਾ ਨੈਫਰੋਨ, ਇਹ ਹੈਗਾ ਨੈਫਰੋਨ ਬੱਚਿਓ। ਇਹ ਦੇਖੋ, ਇਹ ਬਲੱਡ ਆਇਆ ਨੈਫਰੋਨ ਦੇ ਵਿੱਚ, ਇਹ ਕਲਸਟਰ ਆਫ ਹੈਗਾ ਕੈਪੀਲਰੀਜ਼, ਇੱਥੇ ਫਿਲਟਰੇਸ਼ਨ ਹੋਇਆ, ਰੀਐਬਜ਼ੌਰਪਸ਼ਨ ਹੋਇਆ, ਤੇ ਇਹ ਬਲੱਡ ਫਿਰ ਇੱਥੋਂ ਦੇਖੋ ਪੂਰੀ ਟਿਊਬ 'ਚ ਘੁੰਮ ਕੇ ਜਾ ਰਿਹਾ, ਸਾਰੀ ਟਿਊਬ ਇੱਥੇ ਘੁੰਮ ਕੇ ਜਾ ਰਿਹਾ, ਤੇ ਇੱਥੇ ਯੂਰਿਨ ਇਕੱਠਾ ਹੋ ਰਿਹਾ ਇਹਦੇ ਵਿੱਚ। ਹੁਣ ਦੇਖੋ ਬੱਚੇ, ਇੱਕ ਇਹ ਜੁੜਿਆ ਹੋਇਆ ਨਾ ਇੱਦਾਂ, ਇਹ ਇੱਕ ਨੈਫਰੋਨ ਦਿਖਾਇਆ ਹੈ, ਇੱਦਾਂ ਦੇ ਬੜੇ ਸਾਰੇ ਨੈਫਰੋਨ, ਇੱਕ ਨੈਫਰੋਨ ਇੱਥੇ ਜੁੜਿਆ ਹੋਏਗਾ, 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 ਇੱਕ ਇੱਥੇ, ਇਹਦੇ ਕਾਫੀ ਸਾਰੇ ਨੈਫਰੋਨ ਇਸ ਕਲੈਕਟਿੰਗ ਡਕਟ ਦੇ ਨਾਲ ਜੁੜੇ ਹੁੰਦੇ ਨੇ। ਤੇ ਬੱਚਿਓ ਜਦੋਂ ਸਾਰਾ ਪੂਰਾ ਸਰਕੂਲੇਸ਼ਨ ਹੁੰਦਾ ਹੈ, ਇਹਦੇ ਵਿੱਚੋਂ ਦੇਖੋ ਗੰਦਾ ਖੂਨ ਅਲੱਗ ਹੋ ਜਾਂਦਾ ਹੈ, ਜਿਹੜਾ ਬਾਹਰ ਚਲਾ ਜਾਂਦਾ ਹੈ ਗੰਦਾ ਖੂਨ, ਤੇ ਜਿਹੜਾ ਇਹ ਹੈਗਾ ਇਹ ਯੂਰੇਟਰ ਰਾਹੀਂ ਇਹ ਜਿਹੜਾ ਮਤਲਬ ਇਕੱਠਾ ਕਰਕੇ ਇਹ ਯੂਰਿਨ ਬਣ ਕੇ ਯੂਰੇਟਰ ਵਿੱਚ ਚਲਾ ਜਾਂਦਾ ਹੈ। ਸੋ ਇਹ ਜਿਹੜਾ ਖੂਨ ਵਧੀਆ ਵਾਲਾ ਖੂਨ ਆ ਰਿਹਾ, ਪੂਰਾ ਫਿਲਟਰੇਸ਼ਨ ਹੋਇਆ, ਘੁੰਮ ਫਿਰ ਕੇ ਰੀਐਬਜ਼ੌਰਪਸ਼ਨ ਹੋਇਆ, ਸਿਕਰੀਸ਼ਨ ਹੋਇਆ, ਯੂਰਿਨ ਬਣ ਕੇ ਇਹ 'ਚ ਆ ਗਿਆ, ਤੇ ਗੰਦਾ ਖੂਨ ਜਿਹੜਾ ਹੈ ਇੱਥੋਂ ਦੀ ਇਹ ਬਾਹਰ ਵੇਨ ਰਾਹੀਂ ਚਲਾ ਗਿਆ। ਇਹ ਦੇਖੋ ਬੱਚਿਓ, ਇਹ ਪਰਮਾਤਮਾ ਦੀ ਕਿਆ ਕਮਾਲ ਦੀ ਕੁਦਰਤ ਹੈ। ਐਂਡ ਯੂ ਨੋ ਦੈਟ ਕਿ ਕਿਡਨੀ ਇਜ਼ ਦੀ ਬੈਸਟ ਫਿਲਟਰ ਇਨ ਦਾ ਵਰਲਡ। ਵਾਹਿਗੁਰੂ ਨੇ ਜਿਹੜਾ ਫਿਲਟਰ ਬਣਾਇਆ ਨਾ ਕਿਡਨੀ, ਦੁਨੀਆ ਦੀ ਲੇਟੈਸਟ ਕੋਈ ਵੀ ਕੰਪਨੀ ਅੱਜ ਤੱਕ ਇਹੋ ਜਿਹਾ ਫਿਲਟਰ ਨਹੀਂ ਬਣਾ ਸਕੀ, ਔਰ ਨਾ ਹੀ ਬਣਨ ਦੀ ਕਦੀ ਸੰਭਾਵਨਾ ਹੈ। ਜਿਹੜਾ ਫਿਲਟਰ ਪਰਮਾਤਮਾ ਨੇ ਵਾਹਿਗੁਰੂ ਨੇ ਕਿਡਨੀ ਬਣਾਈ ਹੈ, ਅੱਜ ਤੱਕ ਇੱਦਾਂ ਦਾ ਫਿਲਟਰ ਕਦੀ ਬਣਿਆ ਹੀ ਨਹੀਂ ਹੈਗਾ, ਔਰ ਨਾ ਹੀ ਬਣ ਸਕਦਾ ਕਦੀ। ਇੰਨਾ ਕਮਾਲ ਦਾ ਫਿਲਟਰ ਹੈਗਾ, ਜਿਸ 'ਚ ਰੀਐਬਜ਼ੌਰਪਸ਼ਨ ਵੀ ਹੋ ਜਾਂਦੀ ਹੈ। ਔਰ ਦੇਖੋ ਸ਼ੁਰੂ ਕਦੋਂ ਹੁੰਦਾ, ਬਚਪਨ ਤੋਂ ਸ਼ੁਰੂ ਹੋ ਕੇ ਮਰਦੇ ਦਮ ਤੱਕ ਚੱਲਦਾ ਰਹਿੰਦਾ ਹੈ। The amount of excess water in the body and the amount of dissolved waste to be excreted determine the amount of water reabsorbed। ਪਾਣੀ ਵਾਪਸ ਕਿੰਨਾ ਰੀਐਬਜ਼ੌਰਬ ਕਰਨਾ ਹੈ, ਇਹ ਦੋ ਗੱਲਾਂ 'ਤੇ ਡਿਪੈਂਡ ਕਰੇਗਾ ਕਿ ਉਸ ਪਾਣੀ ਵਿੱਚ ਡਿਜ਼ੋਲਵਡ ਵੇਸਟ ਕਿੰਨੀ ਹੈਗੀ ਹੈ ਜਿਹੜਾ ਐਕਸਕ੍ਰੀਟ ਕਰਨਾ ਹੈ, ਤੇ ਦੂਜੀ ਗੱਲ ਬੋਡੀ ਵਿੱਚ ਐਕਸੈਸ ਵਾਟਰ ਕਿੰਨਾ ਹੈਗਾ। ਠੀਕ ਹੈ, ਫਰੋਮ ਦਾ ਕਿਡਨੀਜ਼ ਦੀ ਯੂਰਿਨ ਗੋਜ਼ ਇਨਟੂ ਦੀ ਯੂਰੀਨਰੀ ਬਲੈਡਰ ਥਰੂ ਟਿਊਬ ਲਾਈਕ ਯੂਰੇਟਰਸ। ਇਹ ਗੱਲ ਤੁਹਾਨੂੰ ਡਾਇਗਰਾਮ 'ਚ ਅਸੀਂ ਸਮਝਾ ਚੁੱਕੇ ਹਾਂ। ਇਟ ਇਜ਼ ਸਟੋਰਡ ਇਨ ਦੀ ਬਲੈਡਰ and is passed out through the urinary opening at the end of the muscular tube called urethra. It is the pressure of the expanded bladder that leads to the urge to pass urine। ਜਿਹੜਾ bladder ਹੈਗਾ, it is made of muscle, it can expand and it can contract। ਜਦੋਂ urine ਅੰਦਰ ਇਕੱਠਾ ਹੁੰਦਾ it expands, ਤੇ it is connected to the central nervous system। ਉਹਨਾਂ ਸਿਗਨਲ ਜਾਂਦਾ ਬ੍ਰੇਨ ਨੂੰ, ਤੇ ਅਰਜ ਹੁੰਦੀ ਹੈ ਜਿਹਨੂੰ ਕਹਿੰਦੇ ਹਾਜਤ ਹੁੰਦੀ ਹੈ ਪਿਸ਼ਾਬ ਕਰਨ ਦੀ। ਫਿਰ ਅਸੀਂ ਬਾਥਰੂਮ ਜਾਂਦੇ ਹਾਂ, ਪਿਸ਼ਾਬ ਰਿਲੀਜ਼ ਕਰ ਦਿੰਦੇ ਹਾਂ, ਤੇ ਉਹ ਪ੍ਰੈਸ਼ਰ ਰਿਲੀਜ਼ ਹੋ ਜਾਂਦਾ ਹੈ, ਤੇ ਫਿਰ ਅਗੇਨ ਬ੍ਰੇਨ ਨੂੰ ਸਿਗਨਲ ਜਾਂਦਾ ਹੈ ਵੀ ਆਲ ਇਜ਼ ਵੈਲ, ਤੇ ਉਹ ਫਿਰ ਜਿਹੜੀ ਪਿਸ਼ਾਬ ਦੀ ਅਰਜ ਹੈਗੀ ਹੈ ਉਹ ਸਟਾਪ ਹੋ ਜਾਂਦੀ ਹੈ। ਦੀ ਬਲੈਡਰ ਇਜ਼ ਮਸਕੂਲਰ ਐਂਡ ਇਜ਼ ਕੰਟਰੋਲਡ ਬਾਈ ਦੀ ਨਰਵਸ ਸਿਸਟਮ। ਮੈਂ ਤੁਹਾਨੂੰ ਦੱਸਿਆ ਪਹਿਲੇ ਹੀ। ਦਸ ਦੀ ਅਰਜ ਟੂ ਯੂਰੀਨੇਟ ਕੈਨ ਬੀ ਕੰਟਰੋਲਡ। ਅਸੀਂ ਕਿਉਂਕਿ ਇਟ ਇਜ਼ ਕਨੈਕਟਡ ਟੂ ਦੀ ਬ੍ਰੇਨ, ਅਸੀਂ ਇਹਨੂੰ ਕੰਟਰੋਲ ਵੀ ਕਰ ਸਕਦੇ ਹਾਂ। ਇਹ ਨਹੀਂ ਕਿ ਹੁਣੀ ਅਰਜ ਹੋਈ ਤੇ ਹੁਣੀ ਜਾਣਾ। ਕਈ ਵਾਰ ਅਸੀਂ ਜਦੋਂ ਬੱਸ ਵਿੱਚ ਬੈਠੇ ਹਾਂ, ਕਿਤੇ ਰਸਤੇ 'ਚ ਹੈਗੇ ਹਾਂ, ਤੇ ਕਈ ਵਾਰ ਹੋ ਸਕਦਾ ਸਾਨੂੰ 20-25 ਮਿੰਟ ਕੁਛ ਦੇਰ ਬਲੱਡ ਆਪਣਾ ਪਿਸ਼ਾਬ ਦੀ ਰੋਕਣਾ ਵੀ ਪੈ ਜਾਏ, ਕਿਉਂਕਿ ਇਟ ਇਜ਼ ਕਨੈਕਟਡ ਟੂ ਦੀ ਬ੍ਰੇਨ, ਤੇ ਅਸੀਂ ਬ੍ਰੇਨ ਦੇ ਨਾਲ ਸਬਕੌਂਸ਼ੀਅਸਲੀ ਸਾਡੇ ਸਿਗਨਲ ਜਾਂਦਾ ਹੈ ਕਿ ਮੈਂ ਹਾਲੇ ਪਿਸ਼ਾਬ ਨਹੀਂ ਕਰ ਸਕਦਾ, ਮੈਨੂੰ 20 ਮਿੰਟ ਵਾਲੇ ਲੱਗਣਗੇ ਪਹੁੰਚਣ ਨੂੰ। ਸੋ ਦਿਸ ਸਿਗਨਲ ਆਲਸੋ ਗੋਜ਼ ਟੂ ਬ੍ਰੇਨ ਐਂਡ ਦਿਸ ਵੇ ਵੀ ਕੈਨ ਕੰਟਰੋਲ ਦੀ ਅਰਜ ਆਲਸੋ। An adult human being normally passes about 1 to 1.8 ਲੀਟਰ of urine in 24 hours। ਅਰਥਾਤ 1 ਤੋਂ ਲੈ ਕੇ 1.25 ਲੀਟਰ ਤੱਕ ਦਾ ਪਿਸ਼ਾਬ ਇੱਕ ਆਮ ਜਿਹੜਾ ਐਡਲਟ ਹੈਗਾ ਉਹ 24 ਘੰਟੇ 'ਚ ਪਾਸ ਕਰਦਾ ਹੈ। ਦੀ ਯੂਰਿਨ ਕੰਸਿਸਟ ਆਫ 95% ਵਾਟਰ, 2.5% ਯੂਰੀਆ ਐਂਡ 2.5% ਅਦਰ ਵੇਸਟ ਪ੍ਰੋਡਕਟਸ। ਤੁਹਾਨੂੰ ਪਤਾ ਬੱਚਿਓ, ਕਈ ਬਿਮਾਰੀਆਂ ਵਿੱਚ ਜਿਹੜੇ ਬੰਦਾ ਡਾਕਟਰ ਕੋਲ ਜਾਂਦਾ ਹੈ, ਡਾਕਟਰ ਕਹਿੰਦਾ ਯੂਰਿਨ ਟੈਸਟ ਕਰਾਓ। ਸੋ ਯੂਰਿਨ ਟੈਸਟ ਰਾਹੀਂ ਬੜੀ ਸਾਰੀਆਂ ਬਿਮਾਰੀਆਂ ਦਾ, ਇਨਫੈਕਸ਼ਨ ਦਾ, ਪੈਲਵਿਕ ਇਨਫੈਕਸ਼ਨ ਦਾ, ਯੂਰੀਨਰੀ ਟਰੈਕਟ ਇਨਫੈਕਸ਼ਨ ਦਾ, ਬਲੈਡਰ ਇਨਫੈਕਸ਼ਨ, ਕਿਡਨੀ ਇਨਫੈਕਸ਼ਨ ਜਾਂ ਸ਼ੂਗਰ ਦਾ ਜਾਂ ਹੋਰ ਕਈ ਬਿਮਾਰੀਆਂ ਦਾ ਵੀ ਡਾਕਟਰ ਯੂਰਿਨ ਟੈਸਟ ਕਰਕੇ ਪਤਾ ਲਗਾ ਲੈਂਦੇ ਹਨ। ਆਓ ਅੱਗੇ ਚਲੀਏ। ਡਾਇਲਿਸਿਸ। What is dialysis? It is separation of different substances in a solution by means of their unequal diffusion through semi-permeable membrane। ਇਹ ਤੇ ਹੈਗੀ dialysis ਦੀ definition।
ਕਿਉਂ ਬੱਚਿਓ, ਜਿੱਦਾਂ ਮਤਲਬ ਕਿ ਇੱਕੋ ਹੀ ਤਰਲ ਪਦਾਰਥ ਵਿੱਚ ਤੁਸੀਂ 2-3 ਕਿਸਮ ਦੀਆਂ ਅਲੱਗ-ਅਲੱਗ ਚੀਜ਼ਾਂ ਘੋਲ ਦਿੱਤੀਆਂ। ਹੁਣ ਜਿਹੜੀਆਂ ਚੀਜ਼ਾਂ ਘੋਲ ਦਿੱਤੀਆਂ ਉਹਨਾਂ ਨੂੰ ਤੁਸੀਂ ਅਲੱਗ-ਅਲੱਗ ਕਰਨਾ ਹੈ। ਉਹਨੂੰ ਅਲੱਗ-ਅਲੱਗ ਕਰਨ ਦਾ ਕੀ ਤਰੀਕਾ ਹੈ ਬੱਚਿਓ, ਉਹਦਾ ਕੀ ਹਰ ਪਦਾਰਥ ਦਾ ਆਪਣਾ ਡਿਫਿਊਜ਼ਨ ਦਾ ਉਹਦੀ ਰੇਟਿੰਗ ਹੋਏਗੀ। ਸੋ ਸੈਮੀ ਪਰਮੀਏਬਲ ਮੈਂਬਰੇਨ ਦੇ ਨਾਲ ਯੂਜ਼ਿੰਗ ਦੀ ਕਰੈਕਟਰਿਸਟਿਕ ਪ੍ਰੋਪਰਟੀ ਆਫ देयर ਅਨਈਕੁਅਲ ਡਿਫਿਊਜ਼ਨ ਵੀ ਕੈਨ ਸੈਪਰੇਟ them। ਠੀਕ ਹੈ, ਇਹਨੂੰ ਕਿਹਾ ਜਾਂਦਾ ਹੈ ਡਾਇਲਿਸਿਸ, ਸੈਪਰੇਟਿੰਗ ਦੀ different dissolved substances in a solution with the help of a semi permeable membrane, ਜਿਹਨੂੰ osmosis ਕਿਹਾ ਜਾਂਦਾ ਹੈ। ਠੀਕ ਹੈ, ਸੋ ਕਿਡਨੀਜ਼ ਆਰ ਵਾਈਟਲ organs of our body। ਇਹ ਬੜੇ ਅਤ ਜ਼ਰੂਰੀ ਅੰਗ ਨੇ। ਜਿੱਦਾਂ ਹੁਣ ਉਂਗਲ ਕੱਟੀ ਜਾਏ ਬੰਦਾ ਜੀ ਲੈਂਦਾ ਹੈ, ਅੰਗੂਠਾ ਕੱਟਿਆ ਜਾਏ, ਕਈ ਬੰਦੇ ਦੀ ਬਾਂਹ ਵੱਢੀ ਜਾਂਦੀ ਹੈ, ਲੱਤ ਵੱਢੀ ਜਾਂਦੀ ਹੈ, ਬੰਦੇ ਜੀ ਲੈਂਦੇ ਨੇ। ਬਟ ਦੈਟ ਇਜ਼ ਨਾਟ ਦਾ ਕੇਸ ਵਿਦ ਕਿਡਨੀ। ਕਿਡਨੀ ਇਜ਼ ਅ ਵਾਈਟਲ organ and essential for survival। ਜੀਂਦੇ ਰਹਿਣ ਲਈ ਬਹੁਤ ਹੀ ਜ਼ਰੂਰੀ ਹੈ। Several factors like infection, injury or restricted blood flow to kidneys। मान लो किडनी ਨੂੰ ਪੂਰਾ ਖੂਨ ਨਹੀਂ ਜਾ ਰਿਹਾ, ਕੋਈ ਇਨਫੈਕਸ਼ਨ ਹੋ ਗਿਆ, ਸੱਟ ਲੱਗ ਗਈ, they reduce the activity of the kidneys। ਉਹਨਾਂ ਕਿਡਨੀ ਦੀ ਜਿਹੜੀ ਪ੍ਰਕਿਰਿਆ ਹੈ, ਕੰਮ ਹੈ, ਉਹ ਘਟ ਜਾਏਗਾ। ਜੇ ਕੰਮ ਘਟੇਗਾ ਤੇ ਮਤਲਬ ਕਿ ਵੇਸਟ ਪੂਰੀ ਨਹੀਂ ਨਿਕਲ ਰਹੀ। this causes accumulation ਨੇ ਇਕੱਠਾ ਹੋਣਾ of toxic waste in the body। ਜ਼ਹਿਰੀਲੀ ਜਿਹੜੀ ਗੰਦਗੀ ਹੈ ਉਹ ਸਰੀਰ ਵਿੱਚ ਇਕੱਠੀ ਹੋਣੀ ਸ਼ੁਰੂ ਹੋ ਜਾਏਗੀ, which can even be fatal, ਜੋ ਕਿ ਜਾਨਲੇਵਾ ਵੀ ਹੋ ਸਕਦੀ ਹੈ। ਫੈਟਲ ਮੈਨੇ ਹੁੰਦਾ ਜਾਨਲੇਵਾ। In case of kidney failure, an artificial kidney is used to remove the nitrogenous waste products from the blood through dialysis। ਜਦੋਂ ਬੰਦੇ ਦੀ ਕਿਡਨੀ ਫੇਲ ਹੋ ਜਾਂਦੀ ਹੈ ਤੇ ਆਰਟੀਫਿਸ਼ੀਅਲ ਕਿਡਨੀ ਰਾਹੀਂ ਡਾਇਲਿਸਿਸ ਦੀ ਪ੍ਰਕਿਰਿਆ ਕਰਕੇ ਉਹਦੇ ਖੂਨ ਚੋਂ ਨਾਈਟ੍ਰੋਜਨਸ ਵੇਸਟ ਜਿਹੜੀ ਹੈ ਉਹ ਕੱਢੀ ਜਾਂਦੀ ਹੈ। ਆਓ ਦੇਖੋ ਬੱਚਿਓ, ਇਹ ਡਾਇਗਰਾਮ ਹੈ, ਤੁਹਾਡੀ ਕਿਤਾਬ ਚੋਂ ਲਿਆ ਗਿਆ। ਇਹ ਦੇਖੋ, ਇਹ ਪਾਈਪਸ ਹੈਗੇ ਨੇ ਤੇ ਪਾਈਪ ਕਿਹ 'ਚ ਭਰੇ ਹੋਏ ਨੇ। ਇਹਦੇ ਵਿੱਚ ਆਲੇ ਦੁਆਲੇ ਪੀਲੇ ਰੰਗ ਦਾ ਕੀ ਹੈਗਾ, ਡਾਇਲਾਈਜ਼ਿੰਗ ਲਿਕੁਇਡ ਹੈਗਾ। ਤੇ ਪਾਈਪਸ ਦੇ ਉੱਤੇ ਬੱਚਿਓ ਸੈਮੀ ਪਰਮੀਏਬਲ ਮੈਂਬਰੇਨ ਦੀ ਲੇਅਰ ਹੈਗੀ ਹੈ। ਠੀਕ ਹੈ, ਹੁਣ ਇਹ ਖੂਨ ਇਹ 'ਚੋਂ ਆਇਆ, ਗੰਦਾ ਖੂਨ ਆਇਆ ਆਰਟਰੀ 'ਚੋਂ, ਇਹ ਪਾਈਪਾਂ ਦੇ ਥਰੂ ਪਾਸ ਹੋ ਰਿਹਾ ਖੂਨ, ਤੇ ਪਾਈਪ ਕਿਹ 'ਚ ਡੁੱਬੇ ਹੋਏ ਨੇ ਡਾਇਲਾਈਜ਼ਿੰਗ ਲਿਕੁਇਡ ਵਿੱਚ। ਹੁਣ ਕੀ ਹੋਏਗਾ, ਖੂਨ ਦੇ ਵਿੱਚੋਂ ਸਾਰਾ ਨਾਈਟ੍ਰੋਜਨਸ ਵੇਸਟ ਡਿਫਿਊਜ਼ਨ ਦੇ ਰਾਹੀਂ ਡਾਇਲਾਈਜ਼ਿੰਗ ਲਿਕੁਇਡ ਵਿੱਚ ਜਾਈ ਜਾਏਗਾ ਤੇ ਉਹ ਡਾਇਲਾਈਜ਼ਿੰਗ ਲਿਕੁਇਡ ਜਿਹੜਾ ਗੰਦਾ ਹੋ ਗਿਆ ਉਹ ਇੱਥੇ ਇਕੱਠਾ ਹੋ ਜਾਏਗਾ ਯੂਜ਼ਡ, ਹੈ ਨਾ। ਤੇ ਇਧਰੋਂ ਦੀ ਸਾਫ਼ ਡਾਇਲਾਈਜ਼ਿੰਗ ਲਿਕੁਇਡ ਪਾਈ ਜਾਵਾਂਗੇ, ਗੰਦਾ ਡਾਇਲਾਈਜ਼ਿੰਗ ਲਿਕੁਇਡ ਜਿਹੜਾ ਹੈ ਇੱਥੇ ਆਈ ਜਾਏਗਾ। ਇੱਥੋਂ ਦੀ ਪੂਰਾ ਘੁਮਾਉਂਦਾ ਚੱਕਰ ਲਾਉਂਦਾ ਖੂਨ ਇੱਥੇ ਤੱਕ ਆ ਕੇ ਸਾਫ਼ ਹੋ ਜਾਏਗਾ ਤੇ ਇੱਥੋਂ ਦੀ ਵੇਨਸ ਦੇ ਵਿੱਚ ਦੁਬਾਰਾ ਪਾ ਦਿੱਤਾ ਜਾਏਗਾ। ਸਰੀਰ 'ਚੋਂ ਖੂਨ ਕੱਢਿਆ, ਸਾਫ਼ ਕੀਤਾ ਤੇ ਸਾਫ਼ ਕਰਕੇ ਖੂਨ ਜਿਹੜਾ ਹੈ ਵਾਪਸ ਬੰਦੇ ਦੇ ਸਰੀਰ ਵਿੱਚ ਪਾ ਦਿੱਤਾ। ਅਰਥਾਤ ਜਿਹੜਾ ਕੰਮ ਕਿਡਨੀਆਂ ਨੇ ਇਹਦੇ ਬੋਡੀ ਦੇ ਅੰਦਰ ਕਰਨਾ ਸੀ, ਉਹ ਕੰਮ ਕਿਡਨੀਆਂ ਦਾ ਅਸੀਂ ਬਾਹਰੋਂ ਦੀ ਆਰਟੀਫਿਸ਼ੀਅਲ ਕਿਡਨੀ ਰਾਹੀਂ ਕਰ ਰਹੇ ਹਾਂ। ਇਹ ਤਾਂ ਹੁੰਦਾ ਜਦੋਂ ਬੱਚਿਓ ਕਿਸੇ ਬੰਦੇ ਦੀ ਕਿਡਨੀਆਂ ਜਿਹੜੀਆਂ ਨੇ ਉਹ ਫੇਲ ਹੋ ਜਾਂਦੀਆਂ ਨੇ। ਠੀਕ ਹੈ, ਆਓ ਅੱਗੇ ਚਲੀਏ। ਆਰਟੀਫਿਸ਼ੀਅਲ ਕਿਡਨੀਜ਼ ਕੰਟੇਨ ਅ ਨੰਬਰ ਆਫ ਟਿਊਬਸ। ਇਹ ਤੁਹਾਨੂੰ ਡਾਇਗਰਾਮ ਤੁਸੀਂ ਹੁਣ ਦੇਖ ਲਿਆ, ਹੁਣ ਤੁਹਾਨੂੰ ਇਹ ਟੈਕਸਟ ਸਮਝ ਆ ਜਾਏਗਾ। ਆਰਟੀਫਿਸ਼ੀਅਲ ਕਿਡਨੀਜ਼ ਕੰਟੇਨ ਅ ਨੰਬਰ ਆਫ ਟਿਊਬਸ ਵਿਦ ਅ ਸੈਮੀ ਪਰਮੀਏਬਲ ਲਾਈਨਿੰਗ suspended in a tank filled with dialyzing liquid। ਜਿਹੜਾ ਪੀਲੇ ਰੰਗ ਦਾ ਸੀ fluid। The liquid's osmotic pressure is same as blood। ਇਹਦਾ osmotic pressure ਉਨਾ ਹੀ ਹੁੰਦਾ ਜਿੰਨਾ blood ਦਾ ਹੁੰਦਾ, but it is free of nitrogenous waste। ਖੂਨ ਦੇ ਵਿੱਚ ਤੇ ਨਾਈਟ੍ਰੋਜਨਸ ਵੇਸਟ ਹੁੰਦਾ ਪਰ ਇਹ ਫਲੂਇਡ ਦੇ ਵਿੱਚ ਨਾਈਟ੍ਰੋਜਨਸ ਵੇਸਟ ਨਹੀਂ ਹੁੰਦਾ। As the patient's blood passes through these tubes, the waste products from the blood pass into dialyzing fluid by diffusion। blood ਦਾ ਜਿਹੜਾ ਵੇਸਟ ਹੈਗਾ ਉਹ ਉਸ ਫਲੂਇਡ ਵਿੱਚ ਚਲਾ ਜਾਂਦਾ ਹੈ through the semi permeable membrane by the process of diffusion। The purified blood is pumped back into the patient। The function is similar to that of kidney, but there is no reabsorption involved। ਫਰਕ ਸਿਰਫ ਇੰਨਾ ਹੈ ਕਿ ਕਿਡਨੀ ਦੇ ਵਿੱਚ ਰੀਐਬਜ਼ੋਰਪਸ਼ਨ ਵੀ ਹੁੰਦਾ ਹੈ ਪਰ ਆਰਟੀਫਿਸ਼ੀਅਲ ਕਿਡਨੀ ਦੇ ਵਿੱਚ ਰੀਐਬਜ਼ੋਰਪਸ਼ਨ ਨਹੀਂ ਹੁੰਦਾ। Normally in a healthy adult, kidneys filter about 1 to 1.2 liters of blood per minute। ਧਿਆਨ ਨਾਲ ਦੇਖੋ ਜੀ, ਪਰ ਮਿੰਟ ਹੈ, ਪਰ ਆਵਰ ਨਹੀਂ। ਸਾਡੀ ਕਿਡਨੀਆਂ 1 ਮਿੰਟ ਵਿੱਚ 1 ਤੋਂ ਲੈ ਕੇ 1.25 ਲੀਟਰ ਤੱਕ ਦਾ ਬਲੱਡ ਫਿਲਟਰ ਕਰਦੀਆਂ ਨੇ। ਦੁਨੀਆ ਦਾ ਕੋਈ ਫਿਲਟਰ ਨਹੀਂ ਇੱਦਾਂ ਦਾ ਹੈਗਾ, ਇੰਨਾ ਵਧੀਆ, ਇੰਨਾ ਐਫੀਸ਼ੀਐਂਟ ਫਿਲਟਰ। 1 ਤੋਂ ਲੈ ਕੇ 1.25 ਲੀਟਰ ਤੱਕ ਦਾ ਬਲੱਡ 1 ਮਿੰਟ ਵਿੱਚ ਫਿਲਟਰ ਹੋ ਜਾਂਦਾ ਹੈ। ਐਂਡ ਦੀ ਇਨੀਸ਼ੀਅਲ ਫਿਲਟਰੇਟ ਇਨ ਦ ਕਿਡਨੀਜ਼ ਇਜ਼ ਅਬਾਊਟ 180 ਲੀਟਰ ਡੇਲੀ। ਤੇ 180 ਲੀਟਰ ਜਿਹੜਾ ਹੈ ਇੱਕ ਦਿਨ ਦਾ ਫਿਲਟਰੇਟ ਇਕੱਠਾ ਹੋ ਜਾਂਦਾ ਹੈ। 180 ਲੀਟਰ ਹੈ ਨਾ, ਕਮਾਲ ਦੀ ਗੱਲ। ਪਰ ਪਿਸ਼ਾਬ ਕਿੰਨਾ ਹੁੰਦਾ ਹੈ? ਜਸਟ 1 to 2 ਲੀਟਰਸ, 1 to 1.8 ਲੀਟਰ। ਇਹਦਾ ਮਤਲਬ ਕੀ ਹੋਇਆ ਕਿ ਲਾਰਜ ਅਮਾਊਂਟ ਆਫ ਦਿਸ ਫਿਲਟਰੇਟ ਇਜ਼ ਐਬਜ਼ੋਰਬਡ ਬੈਕ। ਹਾਊਐਵਰ ਦੀ ਵੋਲਿਊਮ ਆਫ
volume actually excreted is only a liter or 2 a day because the remaining filtrate is reabsorbed in the kidney tubules. ठीक है, आगे चलिए. Excretion in plants. System of excretion in plants is completely different as compared to animals. Plants ਵਿੱਚ ਬਿਲਕੁਲ ਵੱਖਰਾ ਸਿਸਟਮ ਹੈ. Plants give off oxygen during photosynthesis. ਹੁਣ ਦੇਖਿਓ ਬੱਚਿਓ, ਹੁਣ photosynthesis ਵਿੱਚ ਆਕਸੀਜਨ ਬਾਹਰ ਜਾ ਰਹੀ ਹੈ. ਹੁਣ ਪਲਾਂਟਸ ਰੈਸਪੀਰੇਸ਼ਨ ਵੀ ਕਰਦੇ ਨੇ, ਦੇ ਕੰਜ਼ਿਊਮ ਆਕਸੀਜਨ ਆਲਸੋ, ਪਰ ਫੋਟੋਸਿੰਥੇਸਿਸ ਵਿੱਚ ਆਕਸੀਜਨ ਬਾਹਰ ਵੀ ਸੁੱਟ ਰਹੇ ਨੇ. ਸੋ ਕਿੰਨੀ ਅਜੀਬ ਗੱਲ ਹੈ ਕਿ ਇਹ ਆਕਸੀਜਨ ਜਿਹੜੀ ਹੈ ਉਹ ਪਲਾਂਟਸ ਵਾਸਤੇ ਵੇਸਟ ਮਟੀਰੀਅਲ ਹੈ, ਪਰ ਸਾਡੇ ਵਾਸਤੇ ਜੀਵਨ ਹੈਗਾ, ਸਾਨੂੰ ਇਹ ਤੋਂ ਜੀਵਨ ਮਿਲਦਾ ਪਲਾਂਟਸ ਤੋਂ. ਸੋ ਪਲਾਂਟਸ ਗਿਵ ਅਪ ਆਕਸੀਜਨ ਡਿਊਰਿੰਗ ਫੋਟੋਸਿੰਥੇਸਿਸ ਐਂਡ ਆਲਸੋ ਰਿਲੀਜ਼ ਕਾਰਬਨ ਡਾਈਆਕਸਾਈਡ ਡਿਊਰਿੰਗ ਰੈਸਪੀਰੇਸ਼ਨ. ਉਹ ਰਿਸਪਾਇਰ ਵੀ ਕਰਦੇ ਨੇ, ਕਾਰਬਨ ਡਾਈਆਕਸਾਈਡ ਵੀ ਛੱਡਦੇ ਨੇ, ਆਕਸੀਜਨ ਵੀ ਛੱਡਦੇ ਨੇ, ਪਰ ਆਕਸੀਜਨ ਡਿਊਰਿੰਗ ਫੋਟੋਸਿੰਥੇਸਿਸ ਤੇ ਕਾਰਬਨ ਡਾਈਆਕਸਾਈਡ ਹਰ ਵੇਲੇ. ਠੀਕ ਹੈ. ਦੇ ਰਿਲੀਜ਼ ਐਕਸੈਸ ਵਾਟਰ ਬਾਈ ਟਰਾਂਸਪੀਰੇਸ਼ਨ ਆਲਸੋ. ਜਿਹੜੀਆਂ ਪੱਤੀਆਂ ਦੇ ਵਿੱਚ ਸਟੋਮੈਟਾ ਹੁੰਦੀ ਹੈ ਉਹਦੇ ਥਰੂ ਦੇ ਰਿਲੀਜ਼ ਐਕਸੈਸ ਵਾਟਰ ਥਰੂ ਟਰਾਂਸਪੀਰੇਸ਼ਨ. ਦੇ ਲੂਜ਼ ਸਮ ਵੇਸਟ ਪ੍ਰੋਡਕਟ ਸਟੋਰਡ ਇਨ ਲੀਵਸ that fall and other wastes by keeping them as tissues consisting of dead cells. ਕੁਝ ਵੇਸਟ ਨੂੰ ਉਹ ਕਿਸ ਤਰ੍ਹਾਂ ਪਲਾਂਟ ਵਿੱਚ ਸਟੋਰ ਕਰ ਪੱਤੀਆਂ ਵਿੱਚ ਸਟੋਰ ਕਰ ਲੈਂਦੇ ਨੇ, ਤੇ ਜਦੋਂ ਪੱਤੀਆਂ ਝੜ ਕੇ ਡਿੱਗਦੀਆਂ ਤੇ ਉਹ ਵੇਸਟ ਮਟੀਰੀਅਲ ਨਾਲ ਹੀ ਡਿੱਗ ਜਾਂਦਾ ਹੈ. ਤੇ ਕੁਝ ਵੇਸਟ ਮਟੀਰੀਅਲ ਨੂੰ ਉਹ ਕੀ ਕਰਦੇ ਨੇ ਬੱਚਿਓ, ਉਹ ਡੈਡ ਸੈੱਲ ਵਿੱਚ ਸਟੋਰ ਕਰ ਲੈਂਦੇ ਨੇ, ਬਾਹਰ ਨਹੀਂ ਸੁੱਟਦੇ. ਉਹ ਤੁਹਾਨੂੰ ਪਤਾ ਹੈ ਕਿ ਪਲਾਂਟਸ ਜਿਹੜੇ ਨੇ ਦੇ ਕੰਸਿਸਟ ਆਫ ਲੋਟ ਆਫ ਡੈਡ ਸੈੱਲਸ, ਤੇ ਉਹ ਡੈਡ ਸੈੱਲ ਦੇ ਵਿੱਚ ਹੀ ਸਾਰਾ ਜਿਹੜਾ ਵੇਸਟ ਮਟੀਰੀਅਲ ਹੈ ਉਹ ਵੀ ਨਾਲ ਸਟੋਰ ਹੋ ਜਾਂਦਾ ਹੈ. ਮੈਨੀ ਪਲਾਂਟ ਵੇਸਟ ਪ੍ਰੋਡਕਟਸ ਆਰ ਸਟੋਰਡ ਇਨ ਸੈਲੂਲਰ ਵੈਕਿਊਲਸ. ਸੈਲੂਲਰ ਵੈਕਿਊਲਸ ਮਤਲਬ ਕਿ ਸੈੱਲ ਦੇ ਅੰਦਰ ਜਿਹੜੀਆਂ ਖੁੱਤੀਆਂ ਬਣੀਆਂ ਹੁੰਦੀਆਂ, ਖਾਲੀ ਸਥਾਨ ਹੁੰਦੇ ਨੇ, ਉਹਦੇ ਵਿੱਚ ਵੀ ਕਾਫੀ ਸਾਰਾ ਜਿਹੜੇ ਪਲਾਂਟ ਹੈਗੇ ਨੇ ਆਪਣਾ ਵੇਸਟ ਪ੍ਰੋਡਕਟ ਨੇ ਉਹਨੂੰ ਸਟੋਰ ਕਰਕੇ ਰੱਖਦੇ ਨੇ. ਅਦਰ ਵੇਸਟ ਪ੍ਰੋਡਕਟਸ ਆਰ ਸਟੋਰਡ ਐਜ਼ ਰੇਜ਼ਿਨਸ ਐਂਡ ਗਮਸ. ਕਾਫੀ ਸਾਰੇ ਜਿਹੜੇ ਉਹਨਾਂ ਦੇ ਵੇਸਟ ਪ੍ਰੋਡਕਟ ਹੈਗੇ ਨੇ ਦੇ ਆਰ ਰਿਲੀਜ਼ਡ ਐਜ਼ ਰੇਜ਼ਿਨਸ ਐਂਡ ਗਮਸ, ਜੋ ਅਸੀਂ ਯੂਜ਼ ਵੀ ਕਰਦੇ ਹਾਂ, especially in old xylem. Plants also excrete some waste substances into the soil around them. ਤੇ plants ਕਾਫੀ ਸਾਰਾ ਵੇਸਟ ਮਟੀਰੀਅਲ ਜਿਹੜਾ ਹੈ ਉਹ ਆਪਣੇ ਆਲੇ ਦੁਆਲੇ ਜਿਹੜੀ ਉਹਦੀ ਮਿੱਟੀ ਹੈ ਉਹਦੇ ਵਿੱਚ ਵੀ ਰਿਲੀਜ਼ ਕਰਦੇ ਨੇ. ਸੋ ਪਿਆਰੇ ਵਿਦਿਆਰਥੀਓ, with this we come to the end of this video and also to the end of this chapter named life processes. ਸੋ ਮੈਂ ਆਸ ਕਰਦਾ ਕਿ ਇਹ 6 ਪਾਰਟਸ ਦੇ ਰਾਹੀਂ ਤੁਸੀਂ ਪੂਰੇ ਚੈਪਟਰ ਨੂੰ ਲਾਈਫ ਪ੍ਰੋਸੈਸਿਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਅਤੇ ਸਿੱਖ ਲਿਆ ਹੋਵੇਗਾ. ਅਗਰ ਤੁਹਾਨੂੰ ਕੀਤਾ ਹੋਇਆ ਕੰਮ ਇਹ ਸਾਰਾ ਪਸੰਦ ਆਉਂਦਾ ਹੈ ਤੇ ਤੁਸੀਂ ਜ਼ਰੂਰ ਵੀਡੀਓਜ਼ ਨੂੰ ਲਾਈਕ ਕਰੋ ਤੇ ਨਾਲ ਆਪਣੇ ਹੋਰ ਦੋਸਤਾਂ, ਮਿੱਤਰਾਂ, ਫਰੈਂਡਸ ਦੇ ਨਾਲ, ਹੋਰ ਸਟੂਡੈਂਟਸ ਨਾਲ ਇਹਨੂੰ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਜਿਹੜੇ ਨੇ ਉਹ ਇਸ ਉੱਦਮ ਦਾ, ਇਸ ਐਫਰਟ ਦਾ ਲਾਹਾ ਲੈ ਸਕਣ. ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ. ਰੱਬ ਰਾਖਾ. Thank you very much. God bless you all. Goodbye till the next video.